ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਬੈਂਕ ਕਰਮਚਾਰੀ ਫਿਰ ਉਤਰੇ ਸੜਕਾਂ ਤੇ ਕੀਤੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੋ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਜਾ ਰਹੀ, ਜਿਸ ਦੇ ਸੰਬੰਧ ਵਿੱਚ ਬਿੱਲ ਪਾਸ ਕਰਨ ਜਾ ਰਹੀ ਹੈ, ਜਿਸ ਦੇ ਵਿਰੋਧ ਵੱਲੋਂ ਸਾਰੇ ਹੀ ਬੈਂਕ ਬੰਦ ਕੀਤੇ ਗਏ ਹਨ। ਅਤੇ ਅੱਜ ਇਹਨਾਂ ਬੈਂਕ ਮੁਲਾਜ਼ਮਾਂ ਵੱਲੋਂ ਬੈਂਕ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਮੰਗ ਕੀਤੀ ਕਿ ਇਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਨਾ ਦਿੱਤਾ ਜਾਵੇ। ਇਸ ਦੇ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਵੇਗਾ। मोदी सरकार मुर्दाबाद मुर्दाबाद मुर्दाबाद, मोदी सरकार मुर्दाबाद मुर्दाबाद मुर्दाबाद। एक ही होया एक ही होया एक ही होया। मैं बठिंडे स्टेट बैंक ऑफ इंडिया का कर्मचारी हाँ। ये जिहड़ी 2 दिन की हड़ताल है यूनाइटेड फोरम ऑफ बैंक यूनियनस, जो सरकारी बैंकों के सारे ही संगठित एक यूनियन है, वो सद्दे ते कीती गई है। ਇਹਦਾ ਮੁੱਖ ਜਿਹੜਾ ਕਾਰਨ ਹੈ ਕਿ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਤਹਿਤ ਸਰਕਾਰ ਸਰਕਾਰੀ ਬੈਂਕਾਂ ਨੂੰ, ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ, ਉਹਦੇ ਵਿੱਚੋਂ ਆਪਦਾ ਸ਼ੇਅਰ ਹੈ ਜਿਹੜਾ ਉਹ ਵੇਚਣਾ ਚਾਹੁੰਦੀ ਹੈ। ਹੁਣ ਗੱਲ ਇਹ ਹੈ ਕਿ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਬਣਾਇਆ। ਸਰਕਾਰ ਦੀ ਨਾਕਾਮਯਾਬੀ ਹੈ ਕਿ ਉਹ ਐਡੇ ਅਮੀਰ ਮੁਲਕ ਦੇ ਵਿੱਚ ਕੋਈ ਕੰਮ ਕਰਕੇ, ਕੋਈ ਰੋਜ਼ਗਾਰ ਮੁਹੱਈਆ ਕਰਕੇ ਇਕੋਨਮੀ ਜਿਹੜੀ ਹੈਗੀ ਉਹਨੂੰ ਵਧੀਆ ਕਰਨ ਦੀ ਬਜਾਏ ਦੇਸ਼ ਦੀਆਂ ਚੀਜ਼ਾਂ ਨੂੰ ਵੇਚਣ ਵੱਲ ਤੁਰ ਪਈ ਹੈ। ਇਸ ਦੇ ਖਿਲਾਫ ਅੱਜ ਪੂਰੇ ਦੇਸ਼ ਦੇ ਵਿੱਚ 10 ਲੱਖ ਮੁਲਾਜ਼ਮ ਜਿਹੜੇ ਹੈਗੇ ਆ ਸਰਕਾਰੀ ਬੈਂਕਾਂ ਦੇ, ਉਹ ਧਰਨੇ ਦੇ ਉੱਪਰ ਹੈ ਔਰ ਇਸ ਬਿੱਲ ਦਾ ਜਿਹੜਾ ਹੈਗਾ ਵਿਰੋਧ ਕੀਤਾ ਜਾ ਰਿਹਾ ਹੈ। ਮੇਰਾ ਨਾਮ ਪਾਲ ਕੁਮਾਰ ਹੈ, ਮੈਂ ਸਟੇਟ ਬੈਂਕ ਆਫ ਇੰਡੀਆ ਦਾ ਡਿਪਟੀ ਜਨਰਲ ਸੈਕਟਰੀ ਬਠਿੰਡਾ ਮੋਡਿਊਲ ਦਾ ਹਾਂ। ਤੇ ਅੱਜ ਦਾ ਸਾਡਾ ਜਿਹੜਾ ਸੰਘਰਸ਼ ਹੈਗਾ ਇਹ ਯੂਨਾਈਟਿਡ ਫਾਰਮ ਬੈਂਕ ਯੂਨੀਅਨ ਵੱਲੋਂ 2 ਦਿਨ ਦੀ ਸਾਡੀ 16 ਤੇ 17 ਤਰੀਕ ਦੀ ਸਟ੍ਰਾਈਕ ਰੱਖੀ ਗਈ ਸੀਗੀ। ਉਸ ਦਾ ਅੱਜ ਸੰਘਰਸ਼ ਦੇ ਅਸੀਂ ਇੱਥੇ ਐਜੀਟੇਸ਼ਨ ਕਰ ਰਹੇ ਹਾਂ। ਐਜੀਟੇਸ਼ਨ ਦਾ ਜਿਹੜਾ ਮੇਨ ਮਕਸਦ ਹੈ ਉਹ ਹੈ ਕਿ ਜੋ ਬੈਂਕਾਂ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ ਹੈ, ਪਬਲਿਕ ਸੈਕਟਰ ਬੈਂਕ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਉਹਦੇ ਅਗੇਂਸਟ ਅਸੀਂ ਕਰਨਾ ਆ। ਕਿਉਂਕਿ ਜਿਹੜੀ ਪਬਲਿਕ ਸੈਕਟਰ ਬੈਂਕ ਨੇ ਉਹ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। 1969 ਦੇ ਵਿੱਚ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀਗਾ ਤਾਂ ਕਿ ਜੋ ਆਮ ਲੋਕ ਹੈਗੇ, ਗਰੀਬ ਲੋਕ ਹੈ, ਉਹਨਾਂ ਨੂੰ ਬਣਦੀਆਂ ਹੋਈਆਂ ਸਹੂਲਤਾਂ, ਸੇਵਾਵਾਂ ਦਿੱਤੀਆਂ ਜਾ ਸਕਣ। ਸਰਕਾਰੀ ਬੈਂਕਾਂ ਦੇ ਵਿੱਚ ਲੋਕਾਂ ਦਾ ਪੈਸਾ ਸੇਫ ਹੁੰਦਾ ਹੈ, ਲੇਕਿਨ ਪ੍ਰਾਈਵੇਟ ਬੈਂਕਾਂ ਦੇ ਵਿੱਚ ਲੋਕਾਂ ਦਾ ਪੈਸਾ ਸੇਫ ਨਹੀਂ ਹੁੰਦਾ। ਪ੍ਰਾਈਵੇਟ ਬੈਂਕ ਦੇਖਣ ਨੂੰ ਤਾਂ ਬੜਾ ਵਧੀਆ ਲੱਗਦੇ ਨੇ, ਪਰ ਉਹ ਆਮ ਲੋਕਾਂ ਦੀ ਪਹੁੰਚ ਤੋਂ ਬੜੇ ਬਾਹਰ ਨੇ। ਅਕਾਊਂਟ ਖੁਲਵਾਉਣ ਲਈ ਵੀ ਬਹੁਤ ਪੈਸੇ ਦੇਣੇ ਪੈਂਦੇ ਨੇ, 5-5 ਹਜ਼ਾਰ ਰੁਪਇਆ ਮਿਨੀਮਮ ਬੈਲੈਂਸ ਰੱਖਿਆ ਜਾਂਦਾ ਹੈ, ਇੰਨੇ ਖਰਚੇ ਲੱਗਦੇ ਨੇ। ਤੇ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਬੈਂਕ ਨੇ ਉਹ ਇਸ ਦੇਸ਼ ਦੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿ ਰੀੜ੍ਹ ਦੀ ਹੱਡੀ ਨੇ, ਉਹ ਇਸ ਦੇਸ਼ ਦੀ ਜੇ ਆਪਾਂ ਇਕੋਨਮੀ ਨੂੰ ਡਿਵੈਲਪ ਕਰਨਾ ਹੈ ਤਾਂ ਉਹ ਸਰਕਾਰੀ ਬੈਂਕ ਹੀ ਕਰ ਸਕਦੇ ਨੇ। ਥੈਂਕ ਯੂ। मेरा नाम सतपाल जिंदल, पंजाब नेशनल बैंक AGS लुधियाना जोन। मैं अज दसना चाहना कि साडी ये हड़ताल क्यों हुई है। इस हड़ताल दे पिछे साडा नारा है बैंक बचाओ देश बचाओ। जे बैंक बचणगे तो देश बचूगा, क्योंकि बैंक एक फाइनैंशियल इंस्टीट्यूशन है। इत्थे हर बंदे का डिपॉजिट पे है, लोगों ने लोन ले हुए नेगे। ये जगो साडी मुहिम है, ये 24 नवंबर नूं कोलकाता ते बॉम्बे तो साड़ियाँ बसां चलियां सी। उन्होंने सारे आल इंडिया दे विच हर रोज़ मार्च करते हुए 30 नवंबर नूं असी दिल्ली जंतर मंतर दे उत्ते धरना दिता सीगा। ये आईबोक तो स्टार्ट होया सीगा ते जो कि यूनाइटेड फॉर्म दे बैनर दे थल्ले लड़िया गया। उत्थे तकरीबन 5 तो 10 हज़ार ऑफिसर सीगे जिन्हां ने यह जंतर मंतर दे धरना दिता पूरा दिन 30 नवंबर नूं। उस तो बाद सानू जो हदायतां सीगियां साडी यूनाइटेड फॉर्म बनियों ਵੱਖ-ਵੱਖ डेज़ विच असीं धरने मुजाहरे जां शाम नूं डैमोस्ट्रेशन जो भी सानू प्रोग्राम उड़ीकिया गया सीगा, असीं उस नूं पार करदे होए 16 ते 17 दिन दी 2 दिन दी स्ट्राइक दित्ती है। इस स्ट्राइक दा कारण है कि जो इस सैशन दे विच मोदी सरकार 2 बैंकां नूं प्राइवेट करन जा रही है। असीं चाहुंदे आ कि वो बिल पेश ना किया जाए, क्योंकि ये नहीं पता भी किहड़े 2 बैंक नेगे, क्योंकि ये मोदी सरकार है जिहड़ी ये जो प्रॉफिट मोटिव चीज़ां हैगियां उन्होंने ये प्राइवेट कर रही है और जो प्राइवेट है उन्होंने नैशनलाइज कर रही है। जिस तरह की एक्सिस बैंक सीगा उहदे विच दूजे सरकारी अदारियां तो लवाया जा रहा है पैसा क्या ताकि वो प्राइवेट फेल ना होण। मतलब प्रॉफिट है जिसको वो प्राइवेट घराणिਆਂ ਨੂੰ ਦਿੱਤਾ ਜਾ ਰਿਹਾ है और जो लॉसिस ने वो पब्लिक सैक्टर ਨੂੰ ਦਿੱਤੇ जा रहे हैं। असी जो टैक्स पेयर्स हैगे है, जो पब्लिक हैगी है, उसनों इसका खामियाजा भुगतना पऊगा, क्योंकि इन्फ्लेशन बहुत ज़्यादा बढ़ जाऊगी और महंगाई बहुत ज़्यादा बढ़ जाऊगी। क्योंकि जो प्राइवेट सैक्टर है जिवें अडानी अंबानी है
ਇਹਨਾਂ ਦਾ ਬਾਵਜੂਦ ਹੈ ਜਿਕੋ ਇਹ ਏਸ਼ੀਆ ਦੇ ਵਿੱਚ ਅੱਜ ਰਿਲਾਇੰਸ ਵਾਲਾ ਅੰਬਾਨੀ ਹੈ ਜਿਕੋ ਏਸ਼ੀਆ ਦਾ ਰਿਚੈਸਟ ਪਰਸਨ ਬਣ ਚੁੱਕਿਆ ਹੈਗਾ। ਆਲ ਡਿਊ ਟੂ ਕਿਉਂਕਿ ਗਵਰਨਮੈਂਟ ਇਹਨੂੰ ਸਪੋਰਟ ਕਰ ਰਹੀ ਹੈ। ਔਰ ਆਮ ਬੰਦੇ ਨੂੰ ਦੇਖੋ ਹੁਣ ਕਿਸਾਨੀ ਸੰਘਰਸ਼ ਜੋ ਸੀਗਾ ਉਹਨਾਂ ਨੇ ਇੰਨਾ ਲੰਬਾ ਲੜਾਈ ਲੜੀ ਤਾਂ ਕਿਤੇ ਜਾ ਕੇ ਇਹਨੇ ਉਹ ਕਾਲੇ 3 ਕਾਨੂੰਨ ਵਾਪਸ ਕੀਤੇ। ਅਸੀਂ ਵੀ ਸਾਨੂੰ ਵੀ ਉਸ ਗੱਲ ਤੋਂ ਬਹੁਤ ਵੱਡੀ ਸਿੱਖ ਮਿਲੀ ਹੈ ਕਿ ਅਸੀਂ ਵੀ ਆਪਣੇ ਸੰਘਰਸ਼ ਨੂੰ ਉਸੇ ਤਰੀਕੇ ਨਾਲ ਲੜਾਂਗੇ ਜਿਸ ਤਰ੍ਹਾਂ ਕਿਸਾਨਾਂ ਨੇ ਲੜਿਆ ਹੈ, ਤਾਂ ਕਿ ਜੋ ਬੈਂਕਾਂ ਨੂੰ ਪਬਲਿਕ ਸੈਕਟਰ ਬੈਂਕਾਂ ਨੂੰ ਇਹ ਪ੍ਰਾਈਵੇਟ ਕਰਨ ਜਾ ਰਿਹਾ ਹੈਗਾ ਉਸ ਨੂੰ ਇਹ ਪ੍ਰਾਈਵੇਟ ਨਾ ਕਰੇ ਔਰ ਲੋਕਾਂ ਦਾ ਪੈਸਾ ਲੋਕਾਂ ਦੀ ਪੂੰਜੀ ਬਚ ਸਕੇ। ਵੀ ਜੇ ਇਹ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਣਗੇ ਅਧਿਵੇਸ਼ਨ ਜੋ ਇਹਨਾਂ ਨੇ ਬਿੱਲ ਪਾਸ ਕੀਤਾ ਹੈਗਾ ਤਾਂ ਸਾਡੀ ਜੋ ਹਾਇਰ ਲੀਡਰਸ਼ਿਪ ਜੋ ਸਾਨੂੰ ਡਾਇਰੈਕਸ਼ਨ ਦੇਊਗੀ ਅਸੀਂ ਉਹਦੇ ਮੁਤਾਬਕ ਹੀ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਵਾਂਗੇ। 2 ਦਿਨ ਤੁਸੀਂ ਬੈਂਕ ਬੰਦ ਰੱਖਣੇ, ਕਰੋੜਾਂ ਦਾ ਲੈਣ ਦੇਣ ਵੀ ਪ੍ਰਭਾਵਿਤ ਹੋਇਆ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਸ ਦੇਖੋ ਇਹ ਲੋਕਾਂ ਦਾ ਜਿਕੋ ਆਪਣਾ ਬਿਜ਼ਨਸ ਜੋ ਹੋਇਆ ਹੈਗਾ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਅਸੀਂ ਮਜਬੂਰ ਹਾਂ ਹੜਤਾਲ ਕਰਨ ਲਈ। ਸਾਨੂੰ ਇਹਨਾਂ ਨੇ ਮਤਲਬ ਸਾਡੇ ਲੀਡਰਸ ਨੂੰ ਇਹਨਾਂ ਨੇ ਸੱਦਿਆ ਸੀ 2 ਦਿਨ ਗਵਰਨਮੈਂਟ ਆਫ ਇੰਡੀਆ ਨੇ ਅਸੀਂ ਇਹੀ ਕਹਿੰਦੇ ਸੀ ਵੀ ਤੁਸੀਂ ਇਹ ਬਿੱਲ ਪੇਸ਼ ਨਾ ਕਰੋ ਅਸੀਂ ਸਟ੍ਰਾਈਕ ਨਹੀਂ ਕਰਾਂਗੇ, ਪਰ ਉਹ ਇਸ ਗੱਲ ਦੇ ਉੱਤੇ ਨਹੀਂ ਮੰਨੇ। ਤਾਂ ਇਸ ਦੇ ਵਿੱਚ ਬੈਂਕ ਕਰਮਚਾਰੀ ਕਿਤੇ ਵੀ ਜ਼ਿੰਮੇਵਾਰ ਨਹੀਂ ਹੈ, ਇਹ ਸਰਕਾਰ ਖੁਦ ਜ਼ਿੰਮੇਵਾਰ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ ਤੇ ਕਰੋ।